ਆਓ ਅੱਜ ਅਸੀਂ ਸੱਚੇ ਤੀਰਥ ਬਾਰੇ ਵਿਚਾਰ ਕਰੀਏ ਕਿ ਅਸਲ ਦੇ ਵਿੱਚ ਦੁਨੀਆ ਦੇ ਉੱਤੇ ਸੱਚਾ ਤੀਰਥ ਹੈ ਕੀ ਹੈ। ਗੁਰਮਤਿ ਦੇ ਵਿੱਚ ਸੱਚਾ ਤੀਰਥ ਕਿਸ ਨੂੰ ਆਖਿਆ ਗਿਆ ਹੈ, ਕਿਉਂਕਿ ਦੁਨੀਆ ਦੇ ਅੰਦਰ ਇਹ ਗੱਲ ਬੜੀ ਫੈਲੀ ਹੋਈ ਹੈ ਕਿ ਜਿਹੜਾ ਬੰਦਾ ਤੀਰਥਾਂ ਦੇ ਉੱਤੇ ਇਸ਼ਨਾਨ ਕਰਦਾ ਏ, ਉਹ ਆਪਣੇ ਮਨ ਦੀ ਮੈਲ ਨੂੰ ਦੂਰ ਕਰ ਲੈਂਦਾ, ਭਾਵ ਕਿ ਆਪਣੇ ਮਨ ਦੀ ਮੈਲ ਨੂੰ ਲਾਹ ਲੈਂਦਾ ਏ ਤੇ ਸੰਸਾਰ ਦੇ ਅੰਦਰ ਆ ਕੇ ਮੁਕਤੀ ਪ੍ਰਾਪਤ ਕਰ ਲੈਂਦਾ ਏ। ਜੇ ਅਸੀਂ ਇਸੇ ਤਰ੍ਹਾਂ ਸਮਝਦੇ ਰਹੀਏ ਤਾਂ ਫਿਰ ਇਹੀ ਗੱਲ ਇਹ ਕਿ ਅਸੀਂ ਸਾਰਾ ਸਾਲ ਹੀ ਪਾਪ ਕਰੀ ਜਾਈਏ, ਸਾਲ ਦੇ ਵੱਧ ਜਾ ਕੇ ਤੀਰਥ ਸਥਾਨਾਂ ਤੇ ਜਾ ਕੇ ਨਹਾ ਲਈਏ ਤਾਂ ਜਿਹੜੀ ਸਾਡੀ ਮਨ ਦੀ ਮੈਲ ਸਾਡਾ ਜਿਹੜਾ ਮਨ ਇਹ ਵਿਕਾਰਾਂ ਦੇ ਵਿੱਚ ਫਸਿਆ ਹੋਇਆ ਹੈ, ਜੇ ਅਸੀਂ ਤੀਰਥ ਸਥਾਨ ਦੇ ਉੱਤੇ ਜਾ ਕੇ ਇਸ਼ਨਾਨ ਕਰ ਲਿਆ ਤਾਂ ਸਾਡੀ ਇਹ ਮਨ ਦੀ ਮੈਲ ਦੂਰ ਹੋ ਜਾਵੇਗੀ। ਜਿਵੇਂ ਪੁਰਾਣੇ ਸਮਿਆਂ ਦੀ ਗੱਲ ਕਰਾਂ, ਜਿਹੜੇ ਸੰਤ ਮਹਾਂਪੁਰਖ ਹੋਏ ਨੇ ਜਾਂ ਦੇਵੀ ਦੇਵਤੇ ਹੋਏ ਨੇ, ਉਹਨਾਂ ਨੇ ਪਰਮਾਤਮਾ ਦੀ ਭਗਤੀ ਕਰਨ ਦੇ ਲਈ ਉਹ ਸਥਾਨ ਅਪਣਾਇਆ ਜਿੱਥੇ ਕਿ ਸ਼ਾਂਤੀ ਹੋਵੇ, ਜਿੱਥੇ ਸ਼ਾਂਤੀ ਦਾ ਮਾਹੌਲ ਹੋਵੇ, ਉੱਥੇ ਜਾ ਕੇ ਉਹਨਾਂ ਨੇ ਪਰਮਾਤਮਾ ਦੀ ਭਗਤੀ ਕੀਤੀ। ਤਾਂ ਹੀ ਤਾਂ ਅਸੀਂ ਦੇਖਦੇ ਹਾਂ ਕਿ ਜਿਹੜੇ ਜ਼ਿਆਦਾਤਰ ਤੀਰਥ ਸਥਾਨ ਨੇ ਉਹ ਜਾਂ ਤਾਂ ਜੰਗਲਾਂ ਦੇ ਵਿੱਚ ਨੇ ਜਾਂ ਪਹਾੜਾਂ ਦੇ ਵਿੱਚ ਨੇ, ਭਾਵ ਕਿ ਪਹਾੜਾਂ ਦੇ ਵਿੱਚ ਬੜਾ ਸ਼ਾਂਤਮਈ ਮਾਹੌਲ ਹੁੰਦਾ ਸੀ। ਦੇਵੀ ਦੇਵਤੇ ਜਾਂ ਸੰਤ ਮਹਾਂਪੁਰਖ ਉੱਥੇ ਜਾ ਕੇ ਆਪਣੀ ਭਗਤੀ ਕਰਨ ਲੱਗੇ ਤਾਂ ਉਹਨਾਂ ਨੇ ਸਭ ਤੋਂ ਪਹਿਲਾਂ ਇਹ ਚੀਜ਼ ਦੇਖੀ ਕਿ ਇੱਥੋਂ ਦਾ ਮਾਹੌਲ ਕਿੱਦਾਂ ਦਾ ਹੈ, ਵਾਤਾਵਰਨ ਕਿਹੋ ਜਿਹਾ ਵਧੀਆ ਹੈ। ਜਿੱਥੇ ਉਹਨਾਂ ਨੂੰ ਵਾਤਾਵਰਨ ਵਧੀਆ ਮਿਲਿਆ ਉੱਥੇ ਜਾ ਕੇ ਉਹਨਾਂ ਨੇ ਆਪਣੀ ਭਗਤੀ ਕਰਨੀ ਆਰੰਭ ਕਰ ਦਿੱਤੀ ਤੇ ਨਾਲ ਹੀ ਉਹਨਾਂ ਨੇ ਇਹ ਚੀਜ਼ ਦੇਖੀ ਕਿ ਇੱਥੇ ਪਾਣੀ ਦਾ ਪ੍ਰਬੰਧ ਹੈ, ਜਾਂ ਤਾਂ ਉਹਨਾਂ ਨੇ ਜਾ ਕੇ ਡੇਰੇ ਕੀਤੇ ਨਦੀਆਂ ਦੇ ਕਿਨਾਰਿਆਂ ਦੇ ਉੱਤੇ, ਜਾਂ ਜਿੱਥੇ ਉਹਨਾਂ ਨੇ ਡੇਰਾ ਕੀਤਾ ਉਹਨਾਂ ਨੇ ਜਾਂ ਤਾਂ ਕੋਈ ਤਲਾਬ ਬਣਾ ਲਿਆ ਜਾਂ ਫਿਰ ਕੋਈ ਸਰੋਵਰ ਬਣਾ ਲਿਆ, ਭਾਵ ਕਿ ਉਹਨਾਂ ਨੇ ਆਪਣੇ ਮਨ ਦੀ ਮੈਲ ਲਾਉਣ ਦੇ ਨਾਲ ਨਾਲ ਆਪਣੇ ਤਨ ਦੀ ਮੈਲ ਲਾਉਣ ਦਾ ਵੀ ਸਥਾਨ ਆਪਣਾ ਪ੍ਰਬੰਧ ਕਰ ਲਿਆ ਕਿ ਮੈਂ ਕਿਸ ਤਰ੍ਹਾਂ ਆਪਣੇ ਮਨ ਦੀ ਮੈਲ ਵੀ ਲਾਉਣੀ ਹੈ ਤੇ ਤਨ ਦੀ ਮੈਲ ਵੀ ਲਾਉਣੀ ਹੈ। ਕੁਝ ਲੋਕ ਉੱਥੇ ਇਸੇ ਤਰ੍ਹਾਂ ਜਾਣ ਲੱਗ ਪਏ ਕਿ ਇੱਥੇ ਸੰਤ ਮਹਾਂਪੁਰਸ਼ ਬੈਠੇ ਨੇ, ਅਸੀਂ ਵੀ ਇਹਨਾਂ ਦੇ ਕੋਲ ਜਾ ਕੇ, ਇੱਕ ਤਾਂ ਮਾਹੌਲ ਸ਼ਾਂਤਮਈ ਸੀ, ਦੂਜਾ ਉਹਨਾਂ ਦੇ ਕੋਲ ਜਾ ਕੇ ਉਹਨਾਂ ਦੀ ਵਿਚਾਰ ਸੁਣਦੇ ਸੀ, ਮਨ ਨੂੰ ਸ਼ਾਂਤੀ ਆ ਜਾਂਦੀ ਸੀ। ਹੌਲੀ ਹੌਲੀ ਇਸੇ ਤਰ੍ਹਾਂ ਉਹ ਸਥਾਨਾਂ ਦੇ ਉੱਤੇ ਲੋਕ ਵੱਧਦੇ ਗਏ ਤੇ ਆਖਿਰਕਾਰ ਉਹ ਸਥਾਨ ਨੂੰ ਤੀਰਥ ਸਥਾਨ ਦਾ ਨਾਮ ਮਿਲ ਗਿਆ, ਭਾਵ ਕਿ ਜਿਉਂ-ਜਿਉਂ ਸਮਾਂ ਬੀਤਦਾ ਗਿਆ ਤਿਉਂ-ਤਿਉਂ ਉੱਥੇ ਜਾ ਕੇ ਇਕੱਠ ਵੀ ਵੱਧਦਾ ਗਿਆ, ਜਿਸ ਕਰਕੇ ਉੱਥੇ ਜਾਂ ਤਾਂ ਮੇਲੇ ਲੱਗਣ ਲੱਗ ਪਏ ਜਾਂ ਕੋਈ ਦਿਨ ਭਰਨ ਲੱਗ ਪਿਆ, ਜਿਸ ਦੇ ਨਾਲ ਕਰਕੇ ਉਸ ਤੀਰਥ ਸਥਾਨ ਦੇ ਨਾਲ ਮਸ਼ਹੂਰ ਹੋ ਗਿਆ। ਪਰ ਜਿਹੜੇ ਆਮ ਲੋਕ ਨੇ ਉਹ ਸੋਚਦੇ ਨੇ ਕਿ ਜੇ ਅਸੀਂ ਤੀਰਥ ਸਥਾਨਾਂ ਤੇ ਜਾਵਾਂਗੇ, ਆਪਣੇ ਤਨ ਦਾ ਇਸ਼ਨਾਨ ਕਰਾਂਗੇ, ਇਸ ਦੇ ਨਾਲ ਸਾਨੂੰ ਮੁਕਤੀ ਪ੍ਰਾਪਤ ਹੋ ਗਈ। ਮਤਾ ਜਾਣਨਾ ਕਿ ਸਾਨੂੰ ਇਸ ਤਰ੍ਹਾਂ ਮੁਕਤੀ ਪ੍ਰਾਪਤ ਹੋ ਸਕਦੀ ਹੈ। ਜੇ ਅਸੀਂ ਮੁਕਤੀ ਪ੍ਰਾਪਤ ਕਰਨੀ ਹੈ ਜਿਸ ਤਰ੍ਹਾਂ ਉਸ ਮਹਾਂਪੁਰਖ ਜਾਂ ਜੇ ਦੇਵੀ ਦੇਵਤੇ ਨੇ ਭਗਤੀ ਕੀਤੀ ਸੀ, ਸਾਨੂੰ ਉਸੇ ਤਰ੍ਹਾਂ ਭਗਤੀ ਕਰਨੀ ਪਵੇਗੀ। ਸਾਨੂੰ ਉਸ ਦੀ ਵਿਚਾਰ ਦੇ ਅਨੁਸਾਰ ਜੀਵਨ ਢਾਲਣਾ ਪਵੇਗਾ। ਸਾਨੂੰ ਉੱਥੇ ਜਾ ਕੇ ਉਹਨਾਂ ਦੀ ਵਿਚਾਰ ਪ੍ਰਾਪਤ ਕਰਨੀ ਪਵੇਗੀ ਕਿ ਕਿਸ ਤਰ੍ਹਾਂ ਪਰਮਾਤਮਾ ਦੀ ਪ੍ਰਾਪਤੀ ਹੋ ਸਕਦੀ ਹੈ। ਸਾਨੂੰ ਉੱਥੇ ਜਾ ਕੇ ਇਹ ਗੱਲ ਸੋਚਣੀ ਚਾਹੀਦੀ ਹੈ ਕਿ ਅਸੀਂ ਇਸ ਸਥਾਨ ਦੇ ਉੱਤੇ ਕਰਨ ਕੀ ਆਏ ਹਾਂ, ਇਸ਼ਨਾਨ ਕਰਨੀ ਆਏ ਅਸੀਂ ਇੱਥੇ ਜਾ ਕੇ, ਅਸੀਂ ਆਪਣੇ ਮਨ ਦੀ ਮੈਲ ਲਾਉਣ ਦੇ ਲਈ ਆਏ ਹਾਂ। ਮਨ ਦੀ ਮੈਲ ਕੇਵਲ ਤੇ ਕੇਵਲ ਨਾਮ ਦੇ ਨਾਲ ਲੈ ਸਕਦੀ, ਜੇ ਪਰਮਾਤਮਾ ਦਾ ਨਾਮ ਹੋਵੇ ਕੋਲੇ ਤਾਂ ਹੀ ਸਾਡੇ ਮਨ ਦੀ ਮੈਲ ਲੈ ਸਕਦੀ ਹੈ। ਜੇ ਇਸ ਤਰ੍ਹਾਂ ਸਾਡੇ ਮਨ ਦੀ ਮੈਲ ਲੈਣ ਲੱਗ ਪਈ
ਤਾਂ ਫਿਰ ਅਸੀਂ ਸਾਰੀ ਉਮਰ ਪਾਪ ਕਰੀ ਜਾਈਏ ਤੇ ਆਖਰ ਦੇ ਵਿੱਚ ਜਾ ਕੇ ਕਹਿ ਦਈਏ ਕਿ ਅਸੀਂ ਤੀਰਥ ਸਥਾਨਾਂ ਤੇ ਜਾਂਦੇ ਹਾਂ, ਉੱਥੇ ਜਾ ਕੇ ਇਸ਼ਨਾਨ ਕਰ ਲਈਏ, ਸਾਡੇ ਮਨ ਦੀ ਜਿਹੜੀ ਮੈਲ ਹੈ ਦੂਰ ਹੋ ਜਾਵੇਗੀ। ਗੁਰਬਾਣੀ ਦੇ ਪਾਵਨ ਬਚਨ ਨੇ ਪਾਪ ਕਰੇ ਪੰਚਾਂ ਕੇ ਬਸ ਰੇ, ਤੀਰਥ ਨਾਏ ਕਹੇ ਸਭ ਉਤਰੈ। ਕਿ ਤੂੰ ਪਾਪ ਤਾਂ ਪੰਜਾਂ ਵਿਕਾਰਾਂ ਦੇ ਵਿੱਚ ਵਸ ਹੋ ਕੇ ਕਰ ਰਿਹਾ ਹੈ। ਪੰਜ ਵਿਕਾਰ ਕਿਹੜੇ? ਕਾਮ, ਕ੍ਰੋਧ, ਲੋਭ, ਮੋਹ, ਹੰਕਾਰ। ਇਹ ਸਾਡੀ ਦੇਹੀ ਨੂੰ ਪੰਜ ਰੋਗ ਲੱਗੇ ਹੋਏ ਨੇ। ਸਾਡੀ ਦੇਹੀ ਨੂੰ ਜਿਹੜੇ ਪੰਜ ਰੋਗ ਲੱਗੇ ਨੇ, ਅਸੀਂ ਇਹਨਾਂ ਦੇ ਵਿੱਚ ਫਸ ਕੇ ਵੀ ਵਿਕਾਰ ਕਮਾ ਰਹੇ ਹਾਂ। ਦਿਨੋਂ ਦਿਨ ਇਹਨਾਂ ਦੇ ਵਿੱਚ ਅਸੀਂ ਇੰਨੇ ਗ੍ਰਸਤ ਹੋਈ ਜਾਂਦੇ ਹਾਂ ਕਿ ਅਸੀਂ ਇਹਨਾਂ ਦੇ ਵਿੱਚ ਫਸ ਕੇ ਇੰਨੇ ਕੁ ਵਿਕਾਰ ਕਮਾ ਲਏ ਤਾਂ ਸਾਨੂੰ ਪਤਾ ਨਹੀਂ ਲੱਗ ਰਿਹਾ ਕਿ ਅਸੀਂ ਦੁਨੀਆ ਦੇ ਉੱਤੇ ਕਰਨ ਕੀ ਆਏ ਹਾਂ, ਸੰਸਾਰ ਦੇ ਉੱਤੇ ਕੀ ਕਰਨਾ ਆਏ ਹਾਂ। ਜਦੋਂ ਅਸੀਂ ਭਗਤ ਰਵਿਦਾਸ ਮਹਾਰਾਜ ਦਾ ਸ਼ਬਦ ਪੜ੍ਹਦੇ ਹਾਂ, ਉਹਨਾਂ ਨੇ ਸਾਨੂੰ ਸਮਝਾਉਣਾ ਕੀਤਾ ਕਿ ਦੇਖ ਸੱਜਣਾ, ਮੈਂ ਤੈਨੂੰ ਉਦਾਹਰਨ ਦੇ ਦਿੰਦਾ ਏ ਕਿ ਕੁਝ ਕੁ ਜਾਨਵਰ ਨੇ ਜਿਨ੍ਹਾਂ ਨੂੰ ਵਿਕਾਰ ਲੱਗੇ ਨੇ, ਜਿਵੇਂ ਕਿ ਭਗਤ ਰਵਿਦਾਸ ਮਹਾਰਾਜ ਜੀ ਕਹਿੰਦੇ, ਮ੍ਰਿਗ ਮੀਨ ਭ੍ਰਿੰਗ ਪਤੰਗ ਕੁੰਚਰ ਏਕ ਦੋਖ ਵਿਨਾਸ਼। ਦੇਖ ਸੱਜਣਾ, ਮ੍ਰਿਗ ਨੂੰ, ਮੀਨ ਨੂੰ, ਭ੍ਰਿੰਗ ਨੂੰ, ਪਤੰਗ ਨੂੰ, ਕੁੰਚਰ ਨੂੰ, ਜਿਵੇਂ ਕਿ ਇਹਨਾਂ ਨੂੰ ਆਪਣੇ ਆਪਣੇ ਵਿਕਾਰ ਲੱਗੇ ਨੇ, ਪਰ ਇਹ ਇਹਨਾਂ ਵਿਕਾਰਾਂ ਦੇ ਵਿੱਚ ਫਸ ਕੇ ਇੰਨੇ ਕੁ ਦੁਖੀ ਹੁੰਦੇ ਨੇ ਕਿ ਇਹਨਾਂ ਨੂੰ ਪਤਾ ਲੱਗ ਜਾਂਦਾ ਕਿ ਜਿਵੇਂ ਇਸ ਵਿਕਾਰ ਤੋਂ ਮੇਰਾ ਛੁਟਕਾਰਾ ਨਾ ਹੋਇਆ ਤੇ ਮੈਨੂੰ ਮੁਕਤੀ ਪ੍ਰਾਪਤ ਨਹੀਂ ਹੋਵੇਗੀ। ਪਰ ਇੱਕ ਗੱਲ ਚੇਤੇ ਰੱਖੀ, ਇਹਨਾਂ ਨੂੰ ਇੱਕ ਇਹ, ਤੈਨੂੰ ਤਾਂ ਪੰਜੇ ਚਿੰਬੜੇ ਹੋਏ ਨੇ, ਪੰਜ ਦੋਖ ਅਸਾਧ ਜਾਮੈ ਤਾਕੀ ਕੇਤਕ ਆਸ। ਤੈਨੂੰ ਤਾਂ ਇਹ ਪੰਜੇ ਲੱਗੇ ਨੇ, ਫਿਰ ਤੂੰ ਇਹਨਾਂ ਪੰਜਾਂ ਦੇ ਵਿੱਚ ਫਸ ਕੇ ਕਿਵੇਂ ਮੁਕਤੀ ਪ੍ਰਾਪਤ ਕਰ ਸਕਦਾ ਹੈ? ਪਾਪ ਕਰੇ ਪੰਚਾਂ ਕੇ ਬਸ ਰੇ, ਤੀਰਥ ਨਹਾਏ ਕਹੇ ਸਭ ਉਤਰੇ। ਫਿਰ ਤੂੰ ਕਹਿਣਾ ਮੈਂ ਤੀਰਥਾਂ ਤੇ ਜਾ ਕੇ ਨਹਾ ਲਵੇਂਗਾ, ਜਿਹੜੇ ਮੈਂ ਪਾਪ ਕਰ ਰਿਹਾ, ਜਿਹੜੇ ਮੈਂ ਵਿਕਾਰ ਕਮਾ ਰਿਹਾ ਏ, ਮੇਰੇ ਸਾਰੇ ਉਤਰ ਜਾਣਗੇ। ਪਰ ਜਦੋਂ ਅਸੀਂ ਭਗਤ ਕਬੀਰ ਜੀ ਨੂੰ ਪੁੱਛਣਾ ਕਰਦੇ ਹਾਂ, ਭਗਤ ਕਬੀਰ ਜੀ ਕਹਿੰਦੇ, ਭਗਤ ਕਬੀਰ ਜੀ ਦੇ ਪਾਵਨ ਬਚਨ ਨੇ, ਅੰਤਰ ਮੈਲ ਜੇ ਤੀਰਥ ਨਹਾਵੈ ਤਿਸ ਵੈਕੁੰਠ ਨਾ ਜਾਣਾ। ਕਿ ਜਿਹੜੇ ਤੇਰੇ ਮਨ ਦੇ ਅੰਦਰ ਮੈਲ ਲੱਗੀ ਹੋਈ ਹੈ, ਅੰਤਰ ਮੈਲ, ਤੇਰੇ ਮਨ ਨੂੰ ਮੈਲ ਲੱਗੀ ਹੈ, ਜੇ ਤੀਰਥ ਨਹਾਵੈ। ਇੱਕ ਗੱਲ ਚੇਤੇ ਰੱਖੀ, ਜੇ ਤੇਰੇ ਮਨ ਨੂੰ ਮੈਲ ਲੱਗੀ ਹੈ ਨਾ, ਮਨ ਦੇ ਵਿੱਚ ਵਿਕਾਰ ਨੇ, ਜੇ ਤੂੰ ਤੀਰਥਾਂ ਤੇ ਨਹਾਉਣਾ ਫਿਰਦਾ, ਭਾਵ ਕਿ ਮੰਨ ਲਾ ਜੇ ਤੂੰ ਤੀਰਥਾਂ ਦੇ ਉੱਤੇ ਆਪਣੀ ਮੈਲ ਲੈ ਕੇ ਆ ਗਿਆ, ਪਰ ਜੇ ਇਹੀ ਮੈਲ ਤੂੰ ਵਾਪਸ ਲੈ ਕੇ ਚੱਲ ਗਿਆ, ਫਿਰ ਵਿਕਾਰਾਂ ਦੇ ਵਿੱਚ ਫਸ ਗਿਆ, ਤੇਰਾ ਤੀਰਥਾਂ ਦੇ ਨਾਤੇ ਦਾ ਕੋਈ ਫਾਇਦਾ ਨਹੀਂ। ਅੰਤਰ ਮੈਲ ਜੇ ਤੀਰਥ ਨਹਾਵੈ ਤਿਸ ਵੈਕੁੰਠ ਨਾ ਜਾਣਾ। ਜੇ ਮੈਲ ਹੀ ਅੰਦਰ ਹੈ, ਵਿਕਾਰਾਂ ਦੇ ਵਿੱਚ ਹੀ ਫਸਿਆ ਹੋਇਆ ਹੈ, ਉੱਥੇ ਫਿਰ ਨਾਮ ਦਾ ਵਾਸਾ ਨਹੀਂ ਹੋ ਸਕਦਾ। ਫਿਰ ਉੱਥੇ ਤੂੰ ਨਾਮ ਦਾ ਵਾਸਾ ਨਹੀਂ ਕਰ ਸਕਦਾ। ਜਦ ਤੱਕ ਨਾਮ ਦਾ ਵਾਸਾ ਨਹੀਂ ਹੁੰਦਾ, ਫਿਰ ਤੂੰ ਕਦੇ ਵੀ ਉਸ ਪਰਮਾਤਮਾ ਦੀ ਜਾਣਕਾਰੀ ਪ੍ਰਾਪਤ ਨਹੀਂ ਕਰ ਸਕਦਾ, ਪਰਮਾਤਮਾ ਨੂੰ ਜਾਣ ਨਹੀਂ ਸਕਦਾ। ਹਾਂ, ਇੱਕ ਗੱਲ ਜ਼ਰੂਰ ਹੈ, ਜਿਹੜੀ ਤੇਰੀ ਵਡਿਆਈ ਹੈ ਲੋਕਾਂ ਦੇ ਕੋਲ ਹੋ ਸਕਦੀ ਹੈ, ਲੋਕਾਂ ਦੇ ਅੱਗੇ ਤੇਰੀ ਵਡਿਆਈ ਬਹੁਤ ਹੋ ਸਕਦੀ ਤੇ ਲੋਕ ਤੈਨੂੰ ਕਹਿ ਦੇਣ ਕਿ ਹਾਂ ਯਾਰ, ਇਹ ਤਾਂ ਵੱਡਾ ਧਰਮੀ ਬੰਦਾ ਹੈ, ਹਰ ਸਾਲ ਤੀਰਥ ਸਥਾਨ ਤੇ ਜਾਂਦਾ ਹੈ। ਪਰ ਇੱਕ ਗੱਲ ਚੇਤੇ ਰੱਖੀ, ਇੱਥੇ ਲੋਕਾਂ ਦੀ ਵਡਿਆਈ ਨੇ ਕੰਮ ਨਹੀਂ ਆਉਣਾ। ਜੇਕਰ ਤੂੰ ਤੀਰਥ ਸਥਾਨ ਤੇ ਜਾਣਾ ਹੈ, ਲੋਕ ਤੈਨੂੰ ਕਹਿ ਵੀ ਦੇਣ ਕਿ ਵੱਡਾ ਧਰਮੀ ਹੈ, ਤੇਰਾ ਲੋਕਾਂ ਦੀ ਵਡਿਆਈ ਕੰਮ ਨਹੀਂ ਆਉਣੀ। ਵਡਿਆਈ ਕਿਹਦੀ ਕੰਮ ਆਉਣੀ ਹੈ? ਜੇ ਤੂੰ ਪਰਮਾਤਮਾ ਦੀ ਨਜ਼ਰ ਦੇ ਵਿੱਚ ਆਇਆ, ਜੇ ਤਿਸ ਨਜ਼ਰ ਨਾ ਆਵਈ, ਜੇ ਤੂੰ ਪਰਮਾਤਮਾ ਦੀ ਨਜ਼ਰ ਦੇ ਵਿੱਚ ਹੀ ਨਾ ਆਇਆ, ਤਾਂ ਤੇਰੀ ਇਹ ਵਡਿਆਈ ਕਿਸੇ ਕੰਮ ਨਹੀਂ ਆਉਣੀ। ਲੋਕਪਤੀ ਨਾ ਕਛੂ ਨਾ ਹੋਵੇ, ਲੋਕਾਂ ਦੀ ਵਡਿਆਈ ਦੇ ਨਾਲ ਕੁਝ ਵੀ ਨਹੀਂ ਹੋਣਾ। ਨਾ ਹੀ ਰਾਮੇ ਆਣਾ, ਪਰਮਾਤਮਾ ਕਿਹੜਾ ਨਿਆਣਾ ਹੈ? ਪਰਮਾਤਮਾ ਤੇਰੇ ਦਿਲਾਂ ਦੀ ਜਾਣਨ ਵਾਲਾ ਏ। ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਨਤ।
ਪਰਮਾਤਮਾ ਤਾਂ ਤੇਰੇ ਦਿਲਾਂ ਦੀ ਜਾਣਦਾ ਏ। ਉਹ ਤਾਂ ਤੇਰੀ ਹਰ ਇੱਕ ਗੱਲ ਤੋਂ ਵਾਕਿਫ ਏ ਕਿ ਤੂੰ ਸੰਸਾਰ ਦੇ ਅੰਦਰ ਕੀ ਕਰ ਰਿਹਾ ਏ। ਜੇ ਵਡਿਆਈ ਪ੍ਰਾਪਤ ਕਰਨੀ ਆ ਨਾ, ਫਿਰ ਉਸ ਦੀ ਕਰ। ਉਹ ਵਡਿਆਈ ਪ੍ਰਾਪਤ ਕਿਵੇਂ ਹੋ ਸਕਦੀ ਹੈ? ਫਿਰ ਭਗਤ ਕੀ ਰਹਾਉ ਦੇ ਤੁਕ ਦੇ ਅੰਦਰ ਕਹਿੰਦੇ ਨੇ, ਪੂਜੋ ਰਾਮ ਏਕ ਹੀ ਦੇਵਾ, ਇੱਕ ਪਰਮਾਤਮਾ ਨੂੰ ਪੂਜ। ਜਿਸ ਪਰਮਾਤਮਾ ਨੇ ਸਾਰੀ ਸ੍ਰਿਸ਼ਟੀ ਬਣਾਈ ਹੈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਪੂਜੋ ਰਾਮ ਏਕ ਹੀ ਦੇਵਾ, ਸਾਚਾ ਨਾਵਨ ਗੁਰ ਕੀ ਸੇਵਾ। ਅਸਲ ਦੇ ਵਿੱਚ ਜਿਹੜਾ ਸੱਚਾ ਤੀਰਥ ਹੈ ਗੁਰੂ ਦੀ ਸੇਵਾ ਹੈ। ਜੇ ਤੂੰ ਬਾਣੀ ਪੜੂੰਗਾ, ਬਾਣੀ ਨੂੰ ਆਪਣੇ ਜੀਵਨ ਦੇ ਵਿੱਚ ਢਾਲਣਾ ਕਰੇਗਾ, ਜਿਹੜੇ ਤੇਰੇ ਮਨ ਨੂੰ ਮੈਲ ਲੱਗੀ ਹੋਈ ਆ ਨਾ, ਉਹ ਦੂਰ ਹੋ ਜਾਵੇਗੀ। ਇਹ ਆ ਅਸਲ ਦੇ ਵਿੱਚ ਤੀਰਥ, ਜਿਸ ਕਰਕੇ ਤੈਨੂੰ ਮੁਕਤੀ ਪ੍ਰਾਪਤ ਹੋ ਸਕਦੀ ਹੈ, ਜਿਸ ਦੇ ਨਾਲ ਤੇਰੇ ਮਨ ਦੀ ਮੈਲ ਲੈ ਸਕਦੀ ਹੈ। ਨਹੀਂ ਤਾਂ ਚਾਹੇ ਕਿੰਨੇ ਮਰਜ਼ੀ ਤੀਰਥ ਸਥਾਨ ਪ੍ਰਾਪਤ ਕਰ ਲੈ, ਚਾਹੇ ਕਿੰਨਾ ਮਰਜ਼ੀ ਸੰਨਿਆਸ ਧਰ ਲੈ, ਬਾਹਰ ਮੁਖੀ ਤੂੰ ਕਿੰਨਾ ਵਧੀਆ ਮਰਜ਼ੀ ਬਣ ਜਾ, ਪਰ ਜਦ ਤੱਕ ਤੇਰੇ ਅੰਦਰ ਦੀ ਤ੍ਰਿਪਤ ਨਹੀਂ ਬੁੱਝਦੀ, ਉਦੋਂ ਤੱਕ ਤੂੰ ਮੁਕਤੀ ਪ੍ਰਾਪਤ ਨਹੀਂ ਕਰ ਸਕਦਾ। ਕਿਉਂਕਿ ਭਗਤ ਤਰਲੋਚਨ ਜੀ ਦੇ ਅਸੀਂ ਵਚਨ ਪੜ੍ਹਦੇ ਹਾਂ, ਅੰਤਰ ਮਲ ਨਿਰਮਲ ਨਹੀਂ ਕੀਨਾ। ਆਪਣੇ ਅੰਦਰ ਨੂੰ ਤੂੰ ਕਦੇ ਵੀ ਵਿਚਾਰ ਕੇ ਨਹੀਂ ਦੇਖਿਆ। ਤੇਰੇ ਮਨ ਦੇ ਅੰਦਰ ਇੰਨੀ ਕੁ ਗੰਦਗੀ ਭਰੀ ਹੋਈ ਏ, ਤੂੰ ਵਿਕਾਰਾਂ ਦੇ ਕਰਕੇ ਆਪਣੇ ਮਨ ਨੂੰ ਕਾਲਾ ਬਣਾ ਲਿਆ ਹੈ। ਜਨਮ ਜਨਮ ਕੀ ਇਸ ਮਨ ਕੋ ਲਾਗੀ, ਮੈਲ ਕਾਲਾ ਹੋਆ ਸਿਆਹੋ। ਜਨਮਾਂ ਜਨਮਾਂ ਦੀ ਤੈਨੂੰ ਪਰਮਾਤਮਾ ਮਨ ਦੇ ਜਿਹੜੇ ਜਨਮਾਂ ਜਨਮਾਂ ਦੀ ਤੇਰੇ ਮਨ ਨੂੰ ਮੈਲ ਲੱਗੀ ਹੋਈ, ਜਿਸ ਕਰਕੇ ਤੂੰ ਅੰਦਰੋਂ ਭੱਦਾ ਹੋ ਗਿਆ, ਕਾਲਾ ਹੋ ਗਿਆ। ਤੂੰ ਆਪਣੇ ਮਨ ਨੂੰ ਅੰਦਰੋਂ ਨਹੀਂ ਵਿਚਾਰਦਾ। ਅੰਤਰ ਮਲ ਨਿਰਮਲ ਨਹੀਂ ਕੀਨਾ, ਬਾਹਰ ਪੇਖ ਉਦਾਸੀ। ਤੂੰ ਆਪਣਾ ਬਾਹਰਲਾ ਜਿਹੜਾ ਪੇਖ ਹੈ ਸਾਧੂਆਂ ਵਾਲਾ ਬਣਾਇਆ ਹੋਇਆ ਹੈ। ਬਾਹਰਲਾ ਪੇਖ ਤੂੰ ਬਹੁਤ ਵਧੀਆ ਬਣਾਇਆ, ਪਰ ਆਪਣੇ ਅੰਦਰ ਨੂੰ ਵਿਚਾਰਦਾ ਨਹੀਂ। ਹਿਰਦੈ ਕਮਲ ਕਟ ਬ੍ਰਹਮ ਨਾ ਚੀਨਾ। ਤੂੰ ਆਪਣੇ ਹਿਰਦੇ ਰੂਪ ਕੌਲ ਨੂੰ ਕਦੇ ਪਰਖਿਆ ਨਹੀਂ, ਆਪਣੇ ਮਨ ਨੂੰ ਕਦੇ ਵਿਚਾਰਿਆ ਨਹੀਂ। ਜਿਹੜਾ ਅੰਦਰ ਪਰਮਾਤਮਾ ਵਸਦਾ ਹੈ, ਉਸ ਨੂੰ ਕਦੇ ਵੇਖਿਆ ਨਹੀਂ। ਕਾਹੇ ਪਿਆ ਸੰਨਿਆਸੀ। ਫਿਰ ਤੇਰਾ ਜਿਹੜਾ ਸੰਨਿਆਸ ਧਾਰਨ ਕੀਤਾ, ਫਿਰ ਇਸ ਦਾ ਕੀ ਫਾਇਦਾ ਹੈ? ਜਦ ਤੱਕ ਤੇਰੇ ਅੰਦਰ ਪਰਮਾਤਮਾ ਦੀ ਪ੍ਰਾਪਤੀ ਨਹੀਂ ਹੋਈ, ਪਰਮਾਤਮਾ ਨੂੰ ਤੂੰ ਪ੍ਰਗਟ ਨਹੀਂ ਕੀਤਾ, ਫਿਰ ਜਿਹੜਾ ਤੂੰ ਬਾਹਰਲਾ ਭੇਖ ਬਣਾਇਆ ਤੇਰੇ ਕਿਸੇ ਕੰਮ ਨਹੀਂ। ਚਾਹੇ ਤੂੰ ਤੀਰਥ ਸਥਾਨ ਤੇ ਕਿੰਨੇ ਮਰਜ਼ੀ ਤੀਰਥ ਸਥਾਨ ਤੇ ਚੱਲ ਜਾ, ਧਾਰਮਿਕ ਪਹਿਰਾਵਾ ਪਾਲਾ, ਜਦ ਤੱਕ ਤੇਰੇ ਮਨ ਦੇ ਵਿੱਚੋਂ ਅੰਦਰੋਂ ਪਰਮਾਤਮਾ ਪੈਦਾ ਨਹੀਂ ਹੁੰਦਾ, ਫਿਰ ਤੇਰੇ ਤੀਰਥ ਸਥਾਨ ਤੇ ਜਾਣ ਦਾ ਕੋਈ ਫਾਇਦਾ ਨਹੀਂ। ਫਿਰ ਤੈਨੂੰ ਕਦੇ ਵੀ ਸੰਸਾਰ ਦੇ ਉੱਤੇ ਆ ਕੇ ਮੁਕਤੀ ਨਹੀਂ ਪ੍ਰਾਪਤ ਹੋ ਸਕਦੀ। ਅਗਲੇ ਬੰਦ ਦੇ ਵਿੱਚ ਭਗਤ ਜੀ ਡੱਡੂ ਦੀ ਉਦਾਹਰਨ ਦੇ ਕੇ ਕਹਿੰਦੇ ਨੇ ਕਿ ਦੇਖ ਸੱਜਣਾ, ਜੇ ਤੂੰ ਕਹਿਣਾ ਵੀ ਹੈ ਨਾ ਕਿ ਪਾਣੀ ਦੇ ਵਿੱਚ ਰਹਿ ਕੇ ਪਾਣੀ ਦੇ ਨਾਲ ਮੈਨੂੰ ਮੁਕਤੀ ਪ੍ਰਾਪਤ ਹੋ ਜਾਵੇਗੀ, ਫਿਰ ਮੈਂ ਤੈਨੂੰ ਇੱਕ ਉਦਾਹਰਨ ਦੇ ਦਿੰਦਾ ਕਿ ਦੇਖ, ਡੱਡੂ ਤਾਂ ਹਰ ਵਕਤ ਪਾਣੀ ਦੇ ਵਿੱਚ ਰਹਿੰਦਾ ਹੈ। ਜਲ ਕੈ ਮੱਝਨ ਜੇ ਗਤ ਹੋਵੇ, ਨਿਤ ਨਿਤ ਮੇਂਢੁਕ ਨਹਾਵੇ। ਜੇ ਜਲ ਦੇ ਨਾਲ ਮੁਕਤੀ ਪ੍ਰਾਪਤ ਹੋ ਜਾਂਦੀ ਏ, ਫਿਰ ਡੱਡੂ ਤਾਂ ਨਹਾਉਂਦਾ ਹੀ ਏ। ਜਲ ਕੈ ਮੱਝਨ ਜੇ ਗਤ ਹੋਵੇ, ਨਿਤ ਨਿਤ ਮੇਂਢੁਕ ਨਹਾਵੇ। ਜੈਸੇ ਮੈਨੁਕ ਤੈਸੇ ਹੋਇ ਨਰ, ਫਿਰ ਫਿਰ ਜੂਨੀ ਆਵੇ। ਫਿਰ ਜਿਹੋ ਜਿਹਾ ਉਹ ਡੱਡੂ ਹੈ, ਉਹੋ ਜਿਹਾ ਉਹ ਬੰਦਾ ਜਿਹੜਾ ਤੀਰਥ ਸਥਾਨਾਂ ਤੇ ਜਾਂਦਾ, ਕਿਉਂਕਿ ਆਪਣੇ ਅੰਦਰ ਨੂੰ ਵਿਚਾਰਦਾ ਨਹੀਂ, ਫਿਰ ਉਹ ਜੂਨਾਂ ਦੇ ਵਿੱਚ ਹੀ ਭਟਕਦਾ ਫਿਰਦਾ ਹੈ। ਫਿਰ ਜੂਨਾਂ ਦੇ ਵਿੱਚ ਹੀ ਆਉਂਦਾ ਏ। ਫਿਰ ਬੰਦਾ ਇਹ ਨਹੀਂ ਵਿਚਾਰਦਾ ਕਿ ਮੈਂ ਪ੍ਰਮਾਤਮਾ ਦੀ ਪ੍ਰਾਪਤੀ ਕਰਨੀ ਹੈ, ਆਪਣੇ ਮਨ ਨੂੰ ਅੰਦਰੋਂ ਪੜਚੋਲਣਾ ਹੈ। ਕਿਉਂ ਅਸੀਂ ਜਪਜੀ ਸਾਹਿਬ ਦੀ ਬਾਣੀ ਦੇ ਵਿੱਚ ਕਈ ਵਾਰ ਪੜ੍ਹਦੇ ਹੁੰਦੇ ਕਿ ਦੇਖ ਸੱਜਣਾ,
ਤੇਰੇ ਤਨ ਨੂੰ ਜੇ ਮੈਲ ਲੱਗ ਜਾਵੇ ਤੂੰ ਪਾਣੀ ਦੇ ਨਾਲ ਲਾ ਸਕਦਾ ਹੈ। ਜੇ ਤੇਰੇ ਕੱਪੜੇ ਨੂੰ ਮਲ ਮੂਤਰ ਵਾਲੀ ਮੈਲ ਲੱਗ ਜਾਵੇ, ਗੰਦਗੀ ਲੱਗ ਜਾਵੇ, ਤੂੰ ਸਾਬਣ ਨਾਲ ਧੋ ਕੇ ਉਸ ਨੂੰ ਵੀ ਪਾਣੀ ਨਾਲ ਲਾ ਸਕਦਾ ਹੈ। ਪਰ ਇੱਕ ਗੱਲ ਚੇਤੇ ਰੱਖੀ, ਜਿਹੜੇ ਮਨ ਨੂੰ ਮੈਲ ਲੱਗੀ ਹੋਈ ਹੈ ਇਸ ਨੂੰ ਕਿੱਦਾਂ ਲਾਵੇਂਗਾ? ਜਿਹੜਾ ਤੇਰਾ ਸਿਆਓ ਕਾਲਾ ਹੋਇਆ ਏ, ਇਸ ਨੂੰ ਕਿਵੇਂ ਸਾਫ਼ ਕਰੇਗਾ? ਜਿਹੜਾ ਭੱਦਾ ਬਣਿਆ ਪਿਆ, ਇਸ ਤੋਂ ਕਿਵੇਂ ਮੁਕਤੀ ਪ੍ਰਾਪਤ ਕਰੇਗਾ? ਫਿਰ ਹਜ਼ੂਰ ਨੇ ਗੱਲ ਕਹਿਣੀ ਕੀਤੀ, ਭਰੀਐ ਮਤ ਪਾਪਾ ਕੇ ਸੰਗ, ਉਹ ਧੋਪੈ ਨਾਵੈ ਕੇ ਰੰਗ। ਤੇਰੀ ਮੱਤ ਨਾ ਪਾਪਾਂ ਦੇ ਨਾਲ ਭਰੀ ਹੋਈ ਹੈ। ਇਸ ਦਾ ਇੱਕ ਹੀ ਤਰੀਕਾ ਹੈ ਤੂੰ ਸਾਫ਼ ਕਰਨ ਦਾ, ਜੇ ਤੂੰ ਨਾਮ ਜਪੇਂਗਾ। ਕੇਵਲ ਤੇ ਕੇਵਲ ਇੱਕ ਪ੍ਰਮਾਤਮਾ ਦਾ ਨਾਮ ਹੈ ਜਿਹੜਾ ਤੈਨੂੰ ਇਸ ਤੋਂ ਮੁਕਤੀ ਪ੍ਰਾਪਤ ਕਰਾ ਸਕਦਾ ਹੈ, ਤੇਰੇ ਮਨ ਦੀ ਮੈਲ ਨੂੰ ਲਾ ਸਕਦਾ ਹੈ। ਫਿਰ ਇਸ ਲਈ ਤੈਨੂੰ ਪ੍ਰਮਾਤਮਾ ਦਾ ਨਾਮ ਜਪਣਾ ਚਾਹੀਦਾ ਹੈ। ਅਸੀਂ ਗੁਰਬਾਣੀ ਦੇ ਪਾਵਨ ਬਚਨ ਪੜ੍ਹਦੇ ਹਾਂ ਨਾ, ਦੁਲੱਭ ਦੇ ਭਾਈ ਵਡਭਾਗੀ, ਨਾਮ ਨਾ ਜਪੈ ਤਾਂ ਆਤਮ ਘਾਤੀ। ਮਨੁੱਖ ਨੂੰ ਇਹ ਜਿਹੜੀ ਦੇਹੀ ਪ੍ਰਾਪਤ ਹੋਈ ਹੈ ਬੜੀ ਵਡਮੁੱਲੀ ਹੈ, ਪਰ ਜੇ ਦੇਹੀ ਦੇ ਕਰਕੇ ਬੰਦੇ ਨੇ ਪ੍ਰਮਾਤਮਾ ਦਾ ਨਾਮ ਨਾ ਜਪਿਆ ਨਾ, ਫਿਰ ਇਸ ਦੇਹੀ ਦੀ ਆਤਮ ਹੱਤਿਆ ਕਰ ਰਿਹਾ ਹੈ। ਮਰ ਨਾ ਜਾਈ ਜਿਨ੍ਹਾਂ ਬਿਸਰਤ ਨਾਮ, ਉਹ ਬੰਦੇ ਮਰ ਕਤ ਨਹੀਂ ਜਾਂਦੇ ਜਿਨ੍ਹਾਂ ਨੂੰ ਪ੍ਰਮਾਤਮਾ ਦਾ ਨਾਮ ਹੀ ਵਿਸਰ ਗਿਆ। ਨਾਮ ਵਿਹੋਣ ਜੀਵਨ ਕੌਣੇ ਕਾਮ। ਨਾਮ ਤੋਂ ਬਿਨਾਂ ਉਸ ਦਾ ਜੀਵਨ ਫਿਰ ਕਿਸੇ ਕੰਮ ਦਾ ਨਹੀਂ। ਉਸ ਦਾ ਜੀਵਨ ਫਿਰ ਉਹ ਆਪਣੇ ਆਪ ਦੇ ਜੀਵਨ ਦੀ, ਆਪਣੇ ਦੇਹੀ ਦੀ ਆਤਮ ਹੱਤਿਆ ਕਰ ਰਿਹਾ ਹੈ। ਜੇ ਅਸੀਂ ਨਾਮ ਨਾ ਜਪਿਆ ਫਿਰ ਸਾਡੇ ਤੀਰਥ ਸਥਾਨਾਂ ਤੇ ਜਾਣ ਦਾ ਫਾਇਦਾ ਕੀ ਫਾਇਦਾ? ਸਾਡੇ ਤੀਰਥ ਸਥਾਨ ਦੇ ਜਾਣ ਦਾ ਜੇ ਅਸੀਂ ਪਰਮਾਤਮਾ ਦੀ ਨਜ਼ਰ ਦੇ ਵਿੱਚ ਨਾ ਆਏ, ਪਰਮਾਤਮਾ ਦੀ ਦਰਗਾਹ ਦੇ ਵਿੱਚ ਕਬੂਲੇ ਨਾ ਹੋਏ, ਫਿਰ ਅਸੀਂ ਤੀਰਥ ਸਥਾਨਾਂ ਤੇ ਜਾ ਕੇ ਕੀ ਕਰਨਾ? ਮੈਂ ਨਹੀਂ ਇਹ ਗੱਲ ਕਹਿੰਦਾ, ਗੁਰਬਾਣੀ ਕਹਿੰਦੀ ਏ। ਅਸੀਂ ਜਪਜੀ ਸਾਹਿਬ ਦੀ 6ਵੀਂ ਪੌੜੀ ਰੋਜ਼ ਪੜ੍ਹਦੇ ਹਾਂ। ਤੀਰਥ ਨਾਵਾ ਜੇ ਤਿਸ ਭਾਵਾ, ਬਿਨ ਪਾਣੀ ਕੇ ਨਹਾਏ ਕਰੀ। ਤੀਰਥਾਂ ਤੇ ਮੈਂ ਜਾ ਕੇ ਨਹਾਉਣਾ ਹੈ ਕਸ ਦੇ ਲਈ ਕਿ ਪ੍ਰਮਾਤਮਾ ਦੀ ਨਜ਼ਰ ਦੇ ਵਿੱਚ ਆ ਜਾਵਾਂ। ਮੈਨੂੰ ਜਿਹੜੀ ਮੁਕਤੀ ਪ੍ਰਾਪਤ ਹੋ ਜਾਵੇ, ਇਹ ਮੁਕਤੀ ਤਾਂ ਹੀ ਪ੍ਰਾਪਤ ਹੋ ਸਕਦੀ ਹੈ ਜੇ ਅਸੀਂ ਪ੍ਰਮਾਤਮਾ ਦੀ ਨਜ਼ਰ ਦੇ ਵਿੱਚ ਆਵਾਂਗੇ। ਜੇ ਅਸੀਂ ਪ੍ਰਮਾਤਮਾ ਦੀ ਨਜ਼ਰ ਦੇ ਵਿੱਚ ਨਾ ਆਏ, ਫਿਰ ਮੈਂ ਤੀਰਥਾਂ ਦੇ ਜਾ ਕੇ ਨਹਾ ਕੇ ਕਰਨਾ ਵੀ ਕੀ ਹੈ? ਬਿਨ ਭਾਣੇ ਕੇ ਨਹਾਏ ਕਦੀ। ਜੇ ਪ੍ਰਮਾਤਮਾ ਦੀ ਨਜ਼ਰ ਦੇ ਵਿੱਚ ਨਾ ਆਇਆ, ਫਿਰ ਮੈਂ ਤੀਰਥਾਂ ਤੇ ਜਾ ਕੇ ਨਹਾ ਕੇ ਕਰਨਾ ਵੀ ਕੀ ਹੈ? ਜੇਤੀ ਸ੍ਰਿਸ਼ਟ ਉਪਾਈ ਵੇਖਾਂ, ਬਿਨ ਕਰਮਾ ਕੇ ਮਿਲੇ ਲਈ। ਜਿਤਨੀ ਵੀ ਮੈਂ ਸ੍ਰਿਸ਼ਟੀ ਦੇਖਦਾ ਹਾਂ, ਭਾਵ ਕਿ ਜਿਤਨੀ ਵੀ ਸ੍ਰਿਸ਼ਟੀ ਪਰਮਾਤਮਾ ਨੇ ਪੈਦਾ ਕੀਤੀ, ਮੈਂ ਉਸ ਨੂੰ ਵੇਖਦਾ ਹਾਂ। ਉਹ ਪਰਮਾਤਮਾ ਦੀ ਕਿਰਪਾ ਤੋਂ ਬਿਨਾਂ ਉਹਨਾਂ ਨੂੰ ਕੁਝ ਨਹੀਂ ਮਿਲਦਾ। ਜੇਕਰ ਉਹਨਾਂ ਤੇ ਪਰਮਾਤਮਾ ਦੀ ਕਿਰਪਾ ਨਾ ਹੋਈ, ਪਰਮਾਤਮਾ ਦੀ ਨਜ਼ਰ ਦੇ ਵਿੱਚ ਨਾ ਆਏ, ਕਿਰਪਾਲੂ ਜੀ ਦੀ ਕਿਰਪਾ ਹੀ ਨਾ ਹੋਈ, ਫਿਰ ਉਸ ਬੰਦੇ ਨੂੰ, ਉਸ ਸ੍ਰਿਸ਼ਟੀ ਨੂੰ, ਇਸ ਸੰਸਾਰ ਦੇ ਉੱਤੇ ਕੁਝ ਨਹੀਂ ਮਿਲ ਸਕਦਾ। ਫਿਰ ਸਾਨੂੰ ਕਿਸ ਤਰ੍ਹਾਂ ਮਿਲ ਸਕਦਾ ਹੈ? ਅਗਲੀ ਤੁਕ ਦੇ ਅੰਦਰ ਹਜ਼ੂਰ ਨੇ ਸਮਝਾਉਣਾ ਕੀਤਾ, ਮਤ ਵਿੱਚ ਰਤਨ ਜਵਾਹਰ ਮਾਣਿਕ। ਉਸ ਦੀ ਮੱਤ ਦੇ ਅੰਦਰ ਹੀਰੇ ਜਵਾਹਰ ਰਤਨ ਨਾਲੋਂ ਵੀ, ਮੋਤੀਆਂ ਨਾਲੋਂ ਵੀ ਜਿਹੜੀ ਕੀਮਤੀ ਪਰਮਾਤਮਾ ਦਾ ਨਾਮ ਹੈ, ਜਿਹੜਾ ਕੀਮਤੀ ਪਰਮਾਤਮਾ ਦਾ ਨਾਮ ਹੈ, ਉਸ ਦੀ ਮੱਤ ਦੇ ਅੰਦਰ ਆ ਕੇ ਵਸ ਜਾਂਦਾ ਹੈ। ਕਿਸ ਤਰ੍ਹਾਂ? ਜੇ ਇੱਕ ਗੁਰ ਕੀ ਸਿੱਖ ਸੁਣੀ। ਜੇ ਉਸ ਬੰਦੇ ਨੇ ਗੁਰੂ ਦੀ ਇੱਕ ਗੱਲ ਸੁਣ ਲਈ ਹੈ ਨਾ, ਉਸ ਬੰਦੇ ਦੇ ਮਨ ਦੇ ਅੰਦਰ ਉਹ ਪਰਮਾਤਮਾ ਦੀ ਵਿਚਾਰ ਆ ਕੇ ਵਸ ਜਾਂਦੀ ਏ। ਫਿਰ ਉਹ ਬੰਦੇ ਨੂੰ ਉਹ ਪਰਮਾਤਮਾ ਦਾ ਨਾਮ ਜਿਹੜਾ ਰਤਨਾਂ ਨਾਲੋਂ ਵੀ ਕੀਮਤੀ ਏ, ਮੋਤੀਆਂ ਨਾਲੋਂ ਵੀ ਕੀਮਤੀ ਏ, ਹੀਰਿਆਂ ਨਾਲੋਂ ਵੀ ਕੀਮਤੀ ਏ, ਫਿਰ ਉਹ ਪਰਮਾਤਮਾ ਦਾ ਨਾਮ ਉਸ ਬੰਦੇ ਦੇ ਮਨ ਦੇ ਅੰਦਰ ਆ ਕੇ ਵਸ ਜਾਂਦਾ ਏ। ਜਦੋਂ ਪਰਮਾਤਮਾ ਦਾ ਨਾਮ ਆ ਕੇ ਵਸਦਾ ਏ, ਫਿਰ ਉਸ ਬੰਦੇ ਨੂੰ ਕਦੇ ਵੀ ਸੰਸਾਰ ਦੇ ਅੰਦਰੋਂ
ਕੋਈ ਵੀ ਵਿਕਾਰ ਨਹੀਂ ਚਿੰਬੜਦਾ, ਉਸ ਦੇ ਮਨ ਦੇ ਅੰਦਰ ਕੋਈ ਵੀ ਪਾਪ ਨਹੀਂ ਆ ਕੇ ਵਸਦਾ। ਇਸ ਲਈ ਸਾਨੂੰ ਕੇਵਲ ਤੇ ਕੇਵਲ ਪਰਮਾਤਮਾ ਦਾ ਨਾਮ ਧਿਆਉਣਾ ਚਾਹੀਦਾ ਹੈ। ਆਓ ਅਸੀਂ ਸਿੱਖ ਧਰਮ ਦੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿਆਖਿਆਕਾਰ ਭਾਈ ਗੁਰਦਾਸ ਜੀ, ਉਹਨਾਂ ਤੋਂ ਵੀ ਜੇ ਪੁੱਛਣਾ ਕਰੀਏ ਕਿ ਤੁਹਾਡਾ ਤੀਰਥ ਸਥਾਨਾਂ ਦੇ ਬਾਰੇ ਕੀ ਵਿਚਾਰ ਹੈ, ਭਾਈ ਗੁਰਦਾਸ ਜੀ ਨੇ ਵੀ ਫਿਰ ਤੀਰਥ ਸਥਾਨਾਂ ਬਾਰੇ ਇੱਕ ਵਾਰ ਲਿਖਣੀ ਕੀਤੀ ਕਿ ਦੇਖ ਸੱਜਣਾ, ਮੈਂ ਤੈਨੂੰ ਇੱਕ ਗੱਲ ਸਮਝਾਉਣਾ ਹੈ। ਕਿਹੜੀ ਗੱਲ? ਭਾਈ ਗੁਰਦਾਸ ਜੀ ਕਹਿੰਦੇ ਨੇ ਕਿ ਸਤਿਗੁਰ ਤੀਰਥ ਛੱਡ ਕੇ 8 ਸਾਡੇ ਤੀਰਥ ਨਹਾਵਣ ਜਾਈ। ਤੂੰ ਆਪਣੇ ਗੁਰੂ ਦਾ ਤੀਰਥ ਛੱਡ ਕੇ, ਭਾਵ ਕਿ ਆਪਣੇ ਗੁਰੂ ਦਾ ਦਰ ਛੱਡ ਕੇ ਤੂੰ 68 ਤੀਰਥਾਂ ਦੇ ਉੱਤੇ ਜਾ ਕੇ ਨਹਾਉਣਾ ਹੈ। ਭਾਵ ਕਿ ਦੁਨੀਆ ਦੇ ਅੰਦਰ ਰਹਿੰਦਾ ਹੋਇਆ, ਸੰਸਾਰ ਦੇ ਅੰਦਰ ਰਹਿੰਦਾ, ਤੂੰ ਗੁਰੂ ਦੇ ਕੋਲ ਨਹੀਂ ਜਾਂਦਾ। ਆਪਣੇ ਗੁਰੂ ਦਾ ਦਰ ਛੱਡ ਕੇ ਜਿਹੜੇ 68 ਤੀਰਥ ਮੰਨੇ ਗਏ ਨੇ, ਤੂੰ ਉਹਨਾਂ ਦੇ ਉੱਤੇ ਜਾ ਕੇ ਇਸ਼ਨਾਨ ਕਰਦਾ ਹੈ। ਜਦ ਤੱਕ ਤੇਰੇ ਮਨ ਦੇ ਅੰਦਰ ਗੁਰੂ ਦੀ ਵਿਚਾਰ ਨਹੀਂ ਵਸਦੀ, ਫਿਰ ਤੇਰੀ ਹਾਲਤ ਭਲਾ ਕਿਸ ਤਰ੍ਹਾਂ ਦੀ ਹੈ। ਭਾਈ ਗੁਰਦਾਸ ਜੀ ਅੱਗੇ ਉਦਾਹਰਨਾਂ ਦਿੰਦੇ ਨੇ। ਬਗੁਲ ਸਮਾਦ ਲਗਾਏ ਕੈ ਜਿਉਂ ਜਲ ਜਨਤਾ ਘੁੱਟ ਘੁੱਟ ਖਾਈ। ਭਾਈ ਗੁਰਦਾਸ ਜੀ ਨੇ ਬੰਗਲੇ ਦੀ ਉਦਾਹਰਨ ਦਿੱਤੀ। ਭਾਈ ਗੁਰਦਾਸ ਜੀ ਕਹਿੰਦੇ, ਦੇਖ ਸੱਜਣਾ, ਜਿਹੜਾ ਬੰਗਲਾ ਏ ਉਹ ਹਰ ਵਕਤ ਹੀ ਤੀਰਥਾਂ ਦੇ ਉੱਤੇ ਆਪਣਾ ਵਾਸਾ ਕਰਦਾ ਏ, ਪਰ ਉਸ ਦੀ ਜਿਹੜੀ ਬਿਰਤੀ ਏ ਕਿਸ ਤਰ੍ਹਾਂ ਦੀ ਏ। ਭਾਈ ਗੁਰਦਾਸ ਜੀ ਕਹਿੰਦੇ ਕਿ ਬੱਗਾ ਬੱਗੇ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਬੱਗਾ ਬੱਗੇ ਕੱਪੜੇ ਤੀਰਥ ਵੰਝ, ਕਿ ਬੰਗਲੇ ਨੇ ਨਾ ਚਿੱਟੇ ਰੰਗ ਦਾ ਬੰਗਲਾ ਹੈ, ਉਸ ਦਾ ਜਿਹੜਾ ਵਾਸਾ ਹੈ ਤੀਰਥਾਂ ਦੇ ਸਥਾਨਾਂ ਦੇ ਉੱਤੇ। ਬੱਗਾ ਬੱਗੇ ਕੱਪੜੇ ਤੀਰਥ ਮੰਝ ਵਸਨ, ਘੁੱਟ ਘੁੱਟ ਜੀਆਂ ਖਾਵਣਾ ਬੱਗਾ ਨਾ ਕਹੀਂ ਅੰਨ। ਕਿ ਦੇਖ ਉਸਨੇ ਆਪਣੀ ਬਿਰਤੀ ਕਿਸ ਤਰ੍ਹਾਂ ਦੀ ਬਣਾਈ ਏ। ਚਿੱਟੇ ਰੰਗ ਦਾ ਬੰਗਲਾ ਏ, ਸਮਾਧੀ ਲਾਉਣ ਦਾ ਤਰੀਕਾ ਦੇਖ, ਉਹ ਆਪਣੀ ਇੱਕ ਲੱਤ ਤੇ ਖੜਦਾ ਏ, ਅੱਧੀਆਂ ਅੱਖਾਂ ਬੰਦ ਕਰ ਲੈਂਦਾ ਏ। ਕੋਈ ਬੰਦਾ ਆਉਂਦਾ ਕਿ ਦੇਖੋ ਕਿੰਨਾ ਵੱਡਾ ਭਗਤੀਵਾਨ ਏ, ਜਦੋਂ ਜੀਵ ਉਸਦੇ ਕੋਲੇ ਆਉਂਦੇ ਨੇ ਤੇ ਉਹ ਉਹਨਾਂ ਨੂੰ ਆਪਣੀ ਚੁੰਝ ਦੇ ਵਿੱਚ ਲੈ ਲੈਂਦਾ ਏ। ਇਸੇ ਤਰ੍ਹਾਂ ਜਿਹੜੇ ਧਰਮੀ ਪੁਰਖ ਨੇ ਆਪਣੇ ਸਰੀਰ ਦੇ ਉੱਤੇ ਵਧੀਆ ਵਧੀਆ ਬਾਣੇ ਪਾਉਂਦੇ ਨੇ, ਚਿੱਟੇ ਰੰਗ ਦੇ ਕੱਪੜੇ ਵੀ ਪਾ ਲੈਂਦੇ ਨੇ, ਪਰ ਜਿਹੜੀ ਉਹਨਾਂ ਦੀ ਬਿਰਤੀ ਹੈ ਬੰਗਲੇ ਵਰਗੀ ਹੈ। ਫਿਰ ਅੱਗੇ ਭਾਈ ਗੁਰਦਾਸ ਜੀ ਨੇ ਉਦਾਹਰਨ ਦਿੱਤੀ। ਹਸਤੀ ਨੀਰ ਨਵਾਲੀ ਹਨ ਬਾਹਰ ਨਿਕਲ ਖੇ ਉਡਾਈ। ਹਾਥੀ ਨੂੰ ਜਿੰਨਾ ਮਰਜੀ ਪਾਣੀ ਤੇ ਨਲਾ ਲਓ, ਪਰ ਜਦੋਂ ਉਸਨੇ ਬਾਹਰ ਨਿਕਲਣਾ ਏ, ਆਪਣੇ ਤਨ ਦੇ ਉੱਤੇ ਮਿੱਟੀ ਲਾਉਣੀ ਹੀ ਏ, ਉਸਨੇ ਮਿੱਟੀ ਦੇ ਵਿੱਚ ਲਿਟਣਾ ਹੀ ਏ। ਨਦੀ ਨਾ ਡੁੱਬੇ ਤੁੰਬੜੀ ਤੀਰਥ ਵਿਸ ਨਿਵਾਰ ਨਾਹੀ। ਜਿਹੜੀ ਤੁੰਬੀ ਹੈ ਕਦੇ ਵੀ ਨਦੀ ਦੇ ਵਿੱਚ ਨਹੀਂ ਡੁੱਬਦੀ। ਤੁੰਬੀ ਨੂੰ ਕਿੰਨਾ ਮਰਜੀ ਨਦੀ ਦੇ ਵਿੱਚ ਇਸ਼ਨਾਨ ਕਰਾ ਲਵੋ, ਜਿਹੜੀ ਉਸਦੀ ਕੁੜੱਤਣ ਹੈ ਕਦੇ ਵੀ ਦੂਰ ਨਹੀਂ ਹੋ ਸਕਦੀ। ਪੱਥਰ ਨੀਰ ਭਖਾਲੀਆਂ ਨਾ ਚਿੱਤ ਕਠੋਰ ਨਾ ਭਿੱਜੇ ਗਾਹੀ। ਪੱਥਰ ਦੇ ਉੱਤੇ ਕਿੰਨਾ ਮਰਜੀ ਪਾਣੀ ਪਾ ਲਓ, ਜਿਹੜਾ ਉਸਦਾ ਅੰਦਰ ਦਾ ਹਿੱਸਾ ਕਦੇ ਵੀ ਭਿੱਜ ਨਹੀਂ ਸਕਦਾ। ਹਾਂ, ਪੱਥਰ ਦੇ ਉੱਤੇ ਪਾਣੀ ਪਾਵਾਂਗੇ, ਪਾਣੀ ਉੱਦਾਂ ਹੀ ਬਾਹਰ ਨਿਕਲੀ ਜਾਵੇਗਾ, ਪਰ ਕਦੇ ਵੀ ਪੱਥਰ ਦੇ ਅੰਦਰ ਨਹੀਂ ਪਾਣੀ ਜਾ ਸਕਦਾ। ਆਖਰ ਦੇ ਵਿੱਚ ਭਾਈ ਗੁਰਦਾਸ ਜੀ ਕਹਿੰਦੇ ਕਿ ਜਿਸ ਤਰ੍ਹਾਂ ਇਹਨਾਂ ਦੀ ਹਾਲਤ ਏ, ਬੰਗਲਾ ਵੀ ਸਮਾਧੀ ਲਾਉਂਦਾ ਪਰ ਅੰਦਰ ਦੀ ਬਿਰਤੀ ਵੱਖਰੀ ਏ। ਹਾਥੀ ਵੀ ਨਦੀ ਦੇ ਵਿੱਚ ਜਾ ਕੇ ਨਹਾਉਂਦਾ ਏ, ਪਰ ਖੇਹ ਦੇ ਵਿੱਚ ਹੀ ਰੁਲਦਾ ਏ। ਪੱਥਰ ਦੇ ਉੱਤੇ ਵੀ ਪਾਣੀ ਪਾਉਣੀ ਆ, ਪਰ ਚਿੱਤ ਅੰਦਰ ਕਠੋਰ ਹੀ ਰਹਿੰਦਾ। ਇਸੇ ਤਰ੍ਹਾਂ ਮਨਮੁਖ ਭਰਮ ਨਾ ਉਤਰੇ ਭੰਬਲ ਪੁੱਸੈ ਖਾਏ ਗਵਾਈ। ਜਿਹੜੇ ਬੰਦੇ ਤੀਰਥਾਂ ਤੇ ਜਾਂਦੇ ਨੇ, ਆਪਣੇ ਆਪ ਨੂੰ ਧਰਮ ਹੀ ਅਖਾਉਂਦੇ ਨੇ, ਉਹ ਚਾਹੇ ਕਿੰਨੇ ਮਰਜ਼ੀ ਤੀਰਥ ਸਥਾਨਾਂ ਤੇ ਜਾ ਕੇ ਇਸ਼ਨਾਨ ਕਰ ਲੈਣ, ਜਦੋਂ ਤੱਕ ਉਹਨਾਂ ਦੇ ਮਨ ਦੇ ਅੰਦਰ ਗੁਰੂ ਦਾ ਸ਼ਬਦ ਨਹੀਂ ਵਸਦਾ, ਫਿਰ ਉਹਨਾਂ ਦੇ ਜਿਹੜੇ ਭਰਮ ਨੇ ਕਦੇ ਵੀ ਦੂਰ ਨਹੀਂ ਹੋ ਜਾਣਗੇ। ਉਹ ਸਦਾ ਹੀ ਭਰਮਾਂ ਦੇ ਵਿੱਚ ਫਸੇ ਰਹਿਣਗੇ। ਗੁਰ ਪੂਰੇ ਬਿਨ ਪਾਰ ਨਾ ਪਾਈ। ਪੂਰੇ ਗੁਰੂ ਤੋਂ ਬਿਨਾਂ ਫਿਰ ਉਹ ਬੰਦੇ ਦੀ ਜਿਹੜੀ ਜ਼ਿੰਦਗੀ ਹੈ ਕਦੇ ਵੀ ਪਾਰ ਨਹੀਂ ਹੋ ਸਕਦੀ। ਕੇਵਲ ਤੇ ਕੇਵਲ ਇੱਕ ਗੁਰੂ ਹੀ ਹੈ
ਜੇ ਅਸੀਂ ਉਸ ਨੂੰ ਗੁਰੂ ਨੂੰ ਜਾਣ ਲਿਆ, ਉਸ ਦੀ ਮੱਤ ਆਪਣੇ ਮਨ ਦੇ ਅੰਦਰ ਵਸਾ ਲਈ, ਫਿਰ ਅਸੀਂ ਇਸ ਤੋਂ ਪਾਰ ਹੋ ਸਕਦੇ ਹਾਂ। ਅਸੀਂ ਕਈ ਵਾਰੀ ਇਹ ਵਾਕ ਅਸੀਂ ਅੱਜ ਦੇ ਫਰਮਾਨਾਂ ਦੇ ਵਿੱਚ ਵੀ ਪੜ੍ਹਦੇ ਹਾਂ। ਕਈ ਵਾਰੀ ਇਹ ਸ਼ਬਦ ਆਇਆ ਏ, ਧਨਾਸਰੀ ਰਾਗ ਦੇ ਅੰਦਰ ਇਹ ਸ਼ਬਦ ਏ। ਮੇਰੇ ਹਿਸਾਬ ਨਾਲ ਇਹ ਸ਼ਬਦ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਕ 687 ਤੇ ਸੁਭਾਏਮਾਨ ਹੈ। ਕਈ ਵਾਰੀ ਇਸ ਨੂੰ ਅਸੀਂ ਅੱਜ ਦੇ ਫਰਮਾਨਾਂ ਦੇ ਵਿੱਚ ਪੜ੍ਹਦੇ ਹਾਂ। ਪਾਵਨ ਵਾਕ ਦੇ ਰੂਪ ਦੇ ਵਿੱਚ ਇਹ ਸ਼ਬਦ ਆਉਂਦਾ ਹੈ। ਇਸ ਦੇ ਵਿੱਚ ਸਾਨੂੰ ਸਮਝਾਇਆ ਗਿਆ ਕਿ ਅਸਲ ਦੇ ਵਿੱਚ ਮੈਂ ਤੈਨੂੰ ਦੱਸਦਾ ਕਿ ਤੀਰਥ ਕਿਹੜਾ ਹੈ। ਆਓ ਅਸੀਂ ਗੁਰੂ ਨਾਨਕ ਦੇਵ ਮਹਾਰਾਜ ਤੋਂ ਪੁੱਛਣਾ ਕਰੀਏ ਕਿ ਮਹਾਰਾਜ ਸਾਨੂੰ ਤੁਸੀਂ ਦੱਸੋ, ਫਿਰ ਅਸਲ ਦੇ ਵਿੱਚ ਤੀਰਥ ਸਥਾਨ ਕਿਹੜਾ ਹੈ। ਗੁਰੂ ਮਹਾਰਾਜ ਨੇ ਸਮਝਾਉਣਾ ਕੀਤਾ, ਤੀਰਥ ਨਹਾਵਣ ਜਾਓ, ਤੀਰਥ ਨਾਮ ਹੈ। ਤੀਰਥ ਨਹਾਉਣ ਜਾਓ, ਪਰ ਕਿਹੜੇ ਤੀਰਥ ਵਿੱਚ ਨਹਾਉਣਾ ਹੈ। ਗੁਰੂ ਮਹਾਰਾਜ ਕਹਿੰਦੇ ਪਰਮਾਤਮਾ ਦੇ ਨਾਮ ਦੇ ਤੀਰਥ ਦੇ ਵਿੱਚ ਨਹਾਉਣਾ ਹੈ। ਜਿੱਥੇ ਪਰਮਾਤਮਾ ਦਾ ਨਾਮ ਜਪਿਆ ਜਾਂਦਾ ਏ, ਉਸ ਦੇ ਵਿੱਚ ਤੁਸੀਂ ਜਾਣਾ ਏ। ਭਾਵ ਕਿ ਉਦਾਹਰਨ ਦੇ ਤੌਰ ਤੇ ਲੈ ਲਓ, ਜੇ ਅਸੀਂ ਤੜਕੇ ਗੁਰਦੁਆਰੇ ਵੀ ਜਾਂਦੇ ਹਾਂ, ਕਦੋਂ ਮਰਜੀ ਜਾਂਦੇ ਹਾਂ, ਕੇਵਲ ਤੇ ਕੇਵਲ ਉੱਥੇ ਪਰਮਾਤਮਾ ਦਾ ਹੀ ਨਾਮ ਜਪਿਆ ਜਾਂਦਾ ਹੈ। ਸਾਨੂੰ ਗੁਰਦੁਆਰਾ ਸਾਹਿਬ ਵਿਖੇ ਜਾਣਾ ਚਾਹੀਦਾ ਏ। ਉਹ ਤੀਰਥਾਂ ਦੇ ਵਿੱਚ ਤੀਰਥ, ਉੱਥੇ ਪਰਮਾਤਮਾ ਦਾ ਨਾਮ ਜਪਿਆ ਜਾਂਦਾ ਏ। ਉਸ ਤੀਰਥ ਦੇ ਵਿੱਚ ਜਾ ਕੇ ਸਾਨੂੰ ਨਹਾਉਣਾ ਚਾਹੀਦਾ ਏ। ਤੀਰਥ ਸ਼ਬਦ ਦੇ ਵਿਚਾਰ ਅੰਤਰ ਗਿਆਨ ਹੈ। ਤੀਰਥ ਅਸਲ ਦੇ ਵਿੱਚ ਕੀ ਹੈ? ਗੁਰੂ ਦਾ ਸ਼ਬਦ। ਜੇ ਅਸੀਂ ਗੁਰੂ ਦੇ ਸ਼ਬਦ ਦੀ ਵਿਚਾਰ ਕਰਾਂਗੇ, ਆਪਣੇ ਮਨ ਦੇ ਅੰਦਰ ਗੁਰੂ ਦਾ ਗਿਆਨ ਪ੍ਰਾਪਤ ਕਰਾਂਗੇ, ਗੁਰੂ ਦੀ ਵਿਚਾਰ ਆਪਣੇ ਮਨ ਦੇ ਅੰਦਰ ਧਾਰਨ ਕਰਾਂਗੇ, ਜਿਹੜੀ ਸਾਡੇ ਮਨ ਨੂੰ ਮੈਲ ਲੱਗੀ ਹੋਈ ਏ, ਫਿਰ ਇਹ ਸਾਡੀ ਜਿਹੜੀ ਮੈਲ ਹੈ ਦੂਰ ਹੋ ਜਾਵੇਗੀ। ਪਰਮਾਤਮਾ ਦੇ ਨਾਮ ਦੇ ਨਾਲ ਇਹ ਜਿਹੜੀ ਮੈਲ ਹੈ ਧੋਤੀ ਜਾਵੇਗੀ। ਅਸਲ ਦੇ ਵਿੱਚ ਪਰਮਾਤਮਾ ਦਾ ਨਾਮ ਹੀ ਤੀਰਥ ਹੈ। ਅੱਗੇ ਮਹਾਰਾਜ ਕਹਿੰਦੇ, ਗੁਰ ਗਿਆਨ ਸਾਚਾ ਥਾਨ ਤੀਰਥ, ਦਸ ਪੁਰਬ ਸਦਾ ਦਸਾਹਰਾ। ਜਿਹੜਾ ਗੁਰੂ ਦਾ ਗਿਆਨ ਹੈ, ਇਹ ਅਸਲ ਦੇ ਵਿੱਚ ਸੱਚਾ ਤੀਰਥ ਹੈ। ਜਿਸ ਬੰਦੇ ਨੂੰ ਗੁਰੂ ਦਾ ਗਿਆਨ ਪ੍ਰਾਪਤ ਹੋ ਗਿਆ, ਉਸ ਦੇ ਲਈ ਇਹ ਜਿਹੜਾ ਤੀਰਥ ਮੰਨੇ ਜਾਂਦੇ ਨੇ ਕਿ 10 ਪੁਰਬਾਂ ਦੇ ਕਰਕੇ ਜਦੋਂ ਬੰਦੇ ਤੀਰਥਾਂ ਤੇ ਨਹਾਉਣ ਜਾਂਦੇ ਨੇ, ਉਹ ਬੰਦਾ ਗੁਰੂ ਦਾ ਗਿਆਨ ਪ੍ਰਾਪਤ ਕਰਕੇ ਉਹਨਾਂ ਫਲ ਪ੍ਰਾਪਤ ਕਰ ਲੈਂਦਾ, ਉਹਨਾਂ ਤੋਂ ਵੱਧ ਹੀ ਫਲ ਪ੍ਰਾਪਤ ਕਰ ਲੈਂਦਾ ਹੈ। ਹੋ ਨਾਮ ਹਰ ਕਾ ਸਦਾ ਜਾਚੋਂ, ਦੇ ਪ੍ਰਭ ਧਰਨੀ ਧਰਾ। ਸਾਨੂੰ ਪਰਮਾਤਮਾ ਦੇ ਨਾਮ ਹੀ ਮੰਗਣਾ ਚਾਹੀਦਾ ਹੈ। ਇਹੀ ਅਰਦਾਸ ਕਰਨੀ ਚਾਹੀਦੀ ਕਿ ਹੇ ਮੇਰੇ ਮਾਲਕ, ਮੈਨੂੰ ਤੂੰ ਆਪਣੇ ਨਾਮ ਦੇ, ਮੈਂ ਵੀ ਇਸ ਨਾਮ ਦੇ ਤੀਰਥ ਦੇ ਵਿੱਚ ਨਹਾ ਲਵਾਂ। ਜਿਹੜੀ ਮੇਰੇ ਮਨ ਨੂੰ ਮੈਲ ਲੱਗੀ ਹੋਈ ਏ, ਇਸ ਨੂੰ ਮੈਂ ਦੂਰ ਕਰ ਲਵਾਂ। ਸੰਸਾਰ ਰੋਗੀ ਨਾਮ ਦਾਰੂ, ਮੈਲ ਲਾਗੈ ਸੱਚ ਬਿਨਾ। ਜਿਹੜਾ ਸੰਸਾਰ ਏ ਵਿਕਾਰਾਂ ਦੇ ਰੋਗਾਂ ਦੇ ਵਿੱਚ ਫਸਿਆ ਹੋਇਆ ਏ, ਵਿਕਾਰਾਂ ਦੀ ਇਸ ਨੂੰ ਮੈਲ ਲੱਗੀ ਹੋਈ ਏ, ਵਿਕਾਰਾਂ ਦੇ ਰੋਗਾਂ ਦੇ ਵਿੱਚ ਫਸ ਕੇ ਇਹ ਗਲਤ ਕੰਮ ਕਰ ਰਿਹਾ, ਰੋਗੀ ਬਣਿਆ ਹੋਇਆ ਏ। ਇਸ ਦੀ ਜਿਹੜੀ ਦਵਾਈ ਹੈ, ਦਾਰੂ ਹੈ, ਉਹ ਕੇਵਲ ਤੇ ਕੇਵਲ ਨਾਮ ਹੈ। ਜੇ ਬੰਦਾ ਪਰਮਾਤਮਾ ਦਾ ਨਾਮ ਜਪੇਗਾ, ਜਿਹੜਾ ਵਿਕਾਰਾਂ ਦਾ ਰੋਗ ਲੱਗਿਆ ਹੋਇਆ ਉਸ ਦਾ ਦੂਰ ਹੋ ਜਾਵੇਗਾ। ਮੈਲ ਲੱਗੇ ਸੱਚ ਬਿਨਾ, ਪਰਮਾਤਮਾ ਦੇ ਸੱਚੇ ਨਾਮ ਤੋਂ ਬਿਨਾ ਇਸ ਨੂੰ ਵਿਕਾਰਾਂ ਦੀ ਮੈਲ ਲੱਗੀ ਹੋਈ ਹੈ। ਗੁਰਵਾਕ ਨਿਰਮਲ ਸਦਾ ਚਾਨਣ, ਨਿਤ ਸਾਚ ਤੀਰਥ ਮੱਜਣਾ। ਹੇ ਮੇਰੇ ਮਾਲਕ ਜੀ, ਇਹ ਜਿਹੜਾ ਪਵਿੱਤਰ ਸ਼ਬਦ ਮਨੁੱਖ ਨੂੰ ਸਦਾ ਆਤਮਿਕ ਚਾਨਣ ਦਿੰਦਾ ਹੈ, ਇਹੀ ਸਦਾ ਕਾਇਮ ਰਹਿਣ ਵਾਲਾ ਤੀਰਥ ਹੈ। ਮੇਰੇ ਮਾਲਕ ਜੀ, ਤੁਸੀਂ ਮੇਰੇ ਤੇ ਮਿਹਰ ਕਰੋ ਕਿ ਮੈਨੂੰ ਵੀ ਆਪਣੇ ਨਾਮ ਦਾ ਤੀਰਥ ਬਖਸ਼ ਦੇਵੋ। ਭਾਵ ਕਿ ਅੱਜ ਦੇ ਸ਼ਬਦ ਦੇ, ਅੱਜ ਦੇ ਵਿਚਾਰ ਵਿੱਚ ਅਸੀਂ ਇਹੀ ਸਮਝਣਾ ਕੀਤਾ ਕਿ ਅਸਲ ਦੇ ਵਿੱਚ ਤੀਰਥ ਕੀ ਹੈ। ਜਦੋਂ ਅਸੀਂ ਭਗਤ ਰਵਿਦਾਸ ਮਹਾਰਾਜ ਜਿਹੜਾ ਪਿੱਛੇ ਸ਼ਬਦ ਪੜ੍ਹ ਕੇ ਆਏ ਹਾਂ, ਇਸ ਦੇ ਵਿੱਚ ਭਗਤ ਰਵਿਦਾਸ ਮਹਾਰਾਜ ਨੇ ਇੱਕ ਗੱਲ ਕਹਿਣੀ ਕੀਤੀ ਜਿਹੜੀ ਬੜੀ ਪ੍ਰਚਲਿਤ ਸੀ। ਕਹਿੰਦੇ ਬਨਾਰਸ ਦੇ ਵਿੱਚ ਬੰਦੇ ਨੂੰ ਮੁਕਤੀ ਪ੍ਰਾਪਤ ਹੁੰਦੀ ਹੈ ਤੇ ਜਿਹੜੇ ਬੰਦੇ ਮਗਹਰ ਦੇ ਵਿੱਚ ਜਾਂਦੇ ਨੇ ਉਸ ਨੂੰ ਨਰਕ ਪ੍ਰਾਪਤ ਹੁੰਦਾ ਹੈ। ਪਰ ਭਗਤ ਕਬੀਰ ਜੀ ਨੇ ਆਪਣਾ ਅੰਤਮ ਸਮਾਂ ਮਗਹਰ ਦੇ ਵਿੱਚ ਹੀ ਬਤੀਤ ਕੀਤਾ।
ਸਗਲ ਜਨਮ ਸ਼ਿਵਪੁਰੀ ਗਵਾਇਆ, ਮਰਤੀ ਵਾਰ ਮਗ ਹਰ ਉਠ ਆਇਆ। ਸਾਰਾ ਜਨਮ ਬਨਾਰਸ ਦੇ ਵਿੱਚ ਹੀ ਬਿਤਾਉਣਾ ਕੀਤਾ, ਪਰ ਜਦੋਂ ਮਰਨ ਦਾ ਸਮਾਂ ਆਇਆ ਉਦੋਂ ਭਗਤ ਕਬੀਰ ਜੀ ਮਗਹਰ ਦੇ ਵਿੱਚ ਆ ਗਏ। ਭਾਵ ਕਿ ਭਗਤ ਕਬੀਰ ਜੀ ਕਹਿੰਦੇ ਦੇਖ ਮਨੋ ਕਠੋਰ ਮਨੈ ਬਨਾਰਸ, ਨਰਕ ਨਾ ਬਾਂਚਿਆ ਜਾਈ। ਜੇ ਤੇਰਾ ਮਨ ਕਠੋਰ ਹੈ ਨਾ, ਤੂੰ ਬਨਾਰਸ ਦੇ ਵਿੱਚ ਵੀ ਆਪਣੀ ਮੌਤ ਨੂੰ ਪ੍ਰਾਪਤ ਕਰ ਲਾ, ਪਰ ਜੇ ਮਨ ਦੇ ਵਿੱਚ ਵਿਕਾਰ ਲੈ ਕੇ ਮਰਿਆ ਤੂੰ ਨਰਕਾਂ ਦੇ ਵਿੱਚ ਹੀ ਜਾਵੇਂਗਾ। ਹਰ ਕਾ ਸੰਤ ਮਰੈ ਹੜੰਬੈ, ਤਾਂ ਸਗਲੀ ਸੈਨ ਤਰਾਈ। ਜਿਹੜੇ ਬੰਦੇ ਹਰੀ ਦੇ ਸੰਤ ਨੂੰ, ਹਰੀ ਦੇ ਨਾਮ ਨੂੰ ਆਪਣੇ ਮਨ ਦੇ ਅੰਦਰ ਵਸਾਉਂਦੇ ਨੇ, ਹਰੀ ਦੇ ਸੰਤ ਬਣਦੇ ਨੇ, ਉਹ ਫਿਰ ਚਾਹੇ ਮਗ ਹਰ ਦੇ ਵਿੱਚ ਵੀ ਆ ਕੇ ਮਰ ਜਾਣ, ਉਹ ਬੰਦੇ ਫਿਰ ਸਦਾ ਹੀ ਪਰਮਾਤਮਾ ਦੀ ਨਿਗਾਹ ਦੇ ਵਿੱਚ ਕਬੂਲ ਹੋ ਜਾਂਦੇ ਨੇ, ਸਵਰਗਾਂ ਦੇ ਭਾਗੀ ਬਣਦੇ ਆ। ਭਾਵ ਕਿ ਭਗਤ ਜੀ ਨੇ ਇੱਥੇ ਵੀ ਇਹੀ ਗੱਲ ਸਮਝਾਉਣੀ ਕਿ ਦੇਖ ਸੱਜਣਾ, ਜੇ ਤੇਰੇ ਮਨ ਦੇ ਅੰਦਰ ਵਿਕਾਰ ਨੇ, ਚਾਹੇ ਤੂੰ ਜਾ ਕੇ ਤੀਰਥਾਂ ਦੇ ਉੱਤੇ ਜਾ ਕੇ ਆਪਣੀ ਮੌਤ ਪ੍ਰਾਪਤ ਕਰ ਲੈ, ਫਿਰ ਵੀ ਤੂੰ ਨਰਕਾਂ ਦੇ ਵਿੱਚ ਹੀ ਜਾਵੇਂਗਾ। ਜੇ ਤੇਰੇ ਮਨ ਦੇ ਅੰਦਰ ਨਾਮ ਇਹ, ਫਿਰ ਤੂੰ ਕਿੱਥੇ ਮਰਜੀ ਆਪਣੀ ਮੌਤ ਪ੍ਰਾਪਤ ਕਰ ਲੈ, ਫਿਰ ਤੂੰ ਸਵਰਗਾਂ ਨੂੰ ਹੀ ਜਾਵੇਂਗਾ। ਭਾਵ ਕਿ ਸਾਨੂੰ ਅਸਲ ਦੇ ਵਿੱਚ ਪਰਮਾਤਮਾ ਦੇ ਨਾਮ ਦੇ ਤੀਰਥ ਦਾ ਇਸ਼ਨਾਨ ਕਰਨਾ ਚਾਹੀਦਾ ਹੈ। ਅਸੀਂ ਪਹਿਲਾਂ ਵੀ ਇਹ ਤੁਕ ਪੜ੍ਹ ਲਈਏ, ਭਰੀਏ ਮਤ ਪਾਪਾ ਕੇ ਸੰਗ, ਉਹ ਧੋਪੈ ਨਾਵੈ ਕੇ ਰੰਗ। ਜਿਹੜੀ ਮੇਰੀ ਮਤ ਹੈ ਪਾਪਾਂ ਦੇ ਨਾਲ ਭਰੀ ਹੋਈ ਹੈ, ਇਹ ਕੇਵਲ ਤੇ ਕੇਵਲ ਪਰਮਾਤਮਾ ਦੇ ਨਾਮ ਦੇ ਨਾਲ ਹੀ ਸਾਫ਼ ਹੋ ਸਕਦੀ ਹੈ। ਜਿਹੜੀ ਮਨ ਨੂੰ ਮੈਲ ਲੱਗੀ ਹੋਈ ਹੈ, ਪਰਮਾਤਮਾ ਦੇ ਨਾਮ ਦੇ ਨਾਲ ਹੀ ਧੋਤੀ ਜਾ ਸਕਦੀ ਹੈ। ਪਰਮਾਤਮਾ ਦੇ ਨਾਮ ਹੀ ਨਾਲ ਹੀ ਸਾਨੂੰ ਸੰਸਾਰ ਦੇ ਅੰਦਰੋਂ ਮੁਕਤੀ ਪ੍ਰਾਪਤ ਹੋ ਸਕਦੀ ਹੈ। ਸੋ ਸਾਨੂੰ ਚਾਹੀਦਾ ਹੈ ਕਿ ਜਿੱਥੇ ਅਸੀਂ ਤੀਰਥਾਂ ਸਥਾਨਾਂ ਤੇ ਜਾਂਦੇ ਹਾਂ, ਉੱਥੋਂ ਅੱਜ ਅਸੀਂ ਕੁਝ ਲੈ ਕੇ ਆਈਏ, ਕੁਝ ਸ਼ਬਦ ਦੀ ਵਿਚਾਰ ਲੈ ਕੇ ਆਈਏ। ਭਾਵ ਜੇ ਅਸੀਂ ਤੀਰਥਾਂ ਤੇ ਜਾਂਦੇ ਹਾਂ, ਮੰਨ ਲਓ ਅਸੀਂ ਹਜ਼ੂਰ ਸਾਹਿਬ ਗਏ ਹਾਂ, ਸਾਨੂੰ ਉੱਥੋਂ ਦੇ ਦਰਸ਼ਨ ਵੀ ਕਰਨੇ ਚਾਹੀਦੇ ਨੇ, ਪਰ ਇੱਕ ਗੱਲ ਚੇਤੇ ਰੱਖੇ, ਉੱਥੋਂ ਦੀ ਵਿਚਾਰ ਵੀ ਲੈ ਕੇ ਆਉਣੀ ਚਾਹੀਦੀ ਹੈ। ਕੁਝ ਬੰਦੇ ਤੀਰਥ ਸਥਾਨਾਂ ਹੇਮਕੋਟ ਸਾਹਿਬ ਚਲੇ ਜਾਂਦੇ, ਹਜ਼ੂਰ ਸਾਹਿਬ ਚਲੇ ਜਾਂਦੇ, ਉਹਨਾਂ ਤੋਂ ਉੱਥੋਂ ਦਾ ਕੁਝ ਮਰਜ਼ੀ ਪੁੱਛ ਲਵੋ, ਉਹ ਸਭ ਕੁਝ ਦੱਸ ਦੇਣਗੇ। ਜਦੋਂ ਉਹਨਾਂ ਤੋਂ ਇਹ ਗੱਲ ਪੁੱਛੀ ਜਾਂਦੀ ਹੈ ਕਿ ਉੱਥੇ ਅੱਜ ਦਾ ਵਾਕ ਕੀ ਆਇਆ ਸੀ, ਅੱਜ ਦਾ ਹੁਕਮ ਕੀ ਆਇਆ ਸੀ, ਫਿਰ ਉਹਨਾਂ ਦੇ ਮੂੰਹਾਂ ਨੂੰ ਤਾਲੇ ਲੱਗ ਜਾਂਦੇ ਨੇ। ਕਿਉਂ? ਗੁਰੂ ਦਾ ਵਾਕ ਤਾਂ ਸੁਣਿਆ ਹੀ ਨਹੀਂ, ਗੁਰੂ ਦਾ ਹੁਕਮ ਤਾਂ ਸੁਣਿਆ ਨਹੀਂ। ਜਿਸ ਹੁਕਮ ਨੂੰ ਏਡੀ ਦੂਰ ਸੁਣ ਨਾ ਗਏ ਸੀਗੇ, ਉਸ ਤੋਂ ਦਾ ਵਾਂਝੇ ਰਹਿ ਕੇ ਹੀ ਆ ਗਏ ਹਾਂ। ਸਾਨੂੰ ਚਾਹੀਦਾ ਕਿ ਅਸੀਂ ਉੱਥੋਂ ਕੁਝ ਸ਼ਬਦ ਲੈ ਕੇ ਆਈਏ, ਜਿਸ ਦੇ ਨਾਲ ਸਾਡੇ ਮਨ ਦੇ ਅੰਦਰ ਤਬਦੀਲੀ ਹੋ ਸਕੇ, ਸਾਡੇ ਮਨ ਦੇ ਜਿਹੜੇ ਵਿਕਾਰ ਲੱਗੇ ਨੇ ਉਹ ਦੂਰ ਹੋ ਸਕਣ। ਸੋ ਮਾਲਕ ਜੀ ਰਹਿਮਤ ਕਰਨ, ਸਾਨੂੰ ਵੀ ਇਹ ਪਤਾ ਲੱਗ ਜਾਵੇ ਕਿ ਅਸਲ ਦੇ ਵਿੱਚ ਸੱਚਾ ਤੀਰਥ ਹੈ ਕੀ ਹੈ। ਅਸੀਂ ਵੀ ਉਸ ਤੀਰਥ ਦੇ ਉੱਤੇ ਇਸ਼ਨਾਨ ਕਰ ਲਈਏ। ਜਿਹੜੇ ਸਾਨੂੰ ਮਨ ਨੂੰ ਵਿਕਾਰ ਲੱਗੇ ਨੇ, ਵਿਕਾਰਾਂ ਦੇ ਵਿੱਚ ਫਸ ਕੇ ਅਸੀਂ ਜਿਹੜੇ ਪਾਪ ਕਮਾ ਰਹੇ ਹਾਂ, ਉਸ ਤੋਂ ਸਾਨੂੰ ਛੁਟਕਾਰਾ ਪ੍ਰਾਪਤ ਹੋ ਸਕੇ। ਸੋ ਮਾਲਕ ਜੀ ਰਹਿਮਤ ਕਰਨਾ।